students, today we are discussing amines. So first of all, introduction. Amines are a very important class of nitrogenous compound which may be regarded as a derivative of ammonia. ठीक है, amine एक बहुत ही important nitrogenous compound ਉਹ compound ਹੁੰਦੇ ਜਿਨ੍ਹਾਂ ਵਿੱਚ nitrogen present ਹੁੰਦਾ ਹੈ, ਠੀਕ ਹੈ, so which contain nitrogen। ਉਹ ਇਹ ammonia ਦਾ derivative ਆ। ammonia ਦਾ formula ਆਪਾਂ ਨੂੰ ਪਤਾ NH3 ਹੁੰਦਾ ਹੈ, ਜਿਹਦੇ ਵਿੱਚ ਕੀ ਆਉਂਦਾ, ਇਨ ਵਿਚ one or more hydrogen atom has been replaced by the alkyl or aryl group। ਜਿਹਦੇ ਵਿੱਚ ਕੀ ਹੁੰਦਾ, ਅਮੋਨੀਆ ਦਾ ਇੱਕ ਜਾਂ ਇੱਕ ਤੋਂ ਜ਼ਿਆਦਾ ਹਾਈਡਰੋਜਨ ਨੂੰ ਅਰਾਈਲ ਜਾਂ ਅਲਕਾਈਲ ਗਰੁੱਪ ਕਿਆ ਕਰਦਾ, ਰਿਪਲੇਸ ਕਰ ਦਿੰਦਾ। ਫॉर एग्जांपल ਵੀ ਹੈਵ ਆ ਜਿਵੇਂ CH3 ਦੀ ਵੀ ਦੇਖੋ ਇੱਥੇ ਇੱਕ ਹਾਈਡਰੋਜਨ ਨੂੰ ਕਿੰਨੇ ਰਿਪਲੇਸ ਕਰਤਾ, CH3, ਤਾਂ ਆਪਣੇ ਕੋਲ ਬਣ ਗਿਆ ਮਿਥਾਈਲਅਮੀਨ, ਠੀਕ ਹੈ। ਦੋ ਨੂੰ ਕਰਤਾ ਡਾਈਮਿਥਾਈਲਅਮੀਨ, ਅਗਰ ਤਿੰਨਾਂ ਨੂੰ ਕਰਤਾ ਟਰਾਈਮਿਥਾਈਲਅਮੀਨ, ਠੀਕ ਹੈ ਜੀ। ਸੋ ਕਲਾਸੀਫਿਕੇਸ਼ਨ ਦੇਖ ਲਓ, ਅਮੀਨ ਤਿੰਨ ਤਰ੍ਹਾਂ ਦੇ ਹੁੰਦੇ, ਪ੍ਰਾਇਮਰੀ, ਸੈਕੰਡਰੀ ਔਰ ਟਰਸ਼ਰੀ ਅਮੀਨਸ ਅਕੋਰਡਿੰਗ ਟੂ 1 2 ਔਰ 3 ਜਿੰਨੇ ਵੀ ਅਲਕਾਈਲ ਜਾਂ ਅਰਾਈਲ ਗਰੁੱਪ ਅਟੈਚ ਆ ਉਹਦੇ ਪਰ ਡਿਪੈਂਡ ਕਰਦਾ। ਫਸਟ ਆਫ ਆਲ ਵੀ ਹੈਵ ਆ ਪ੍ਰਾਇਮਰੀ ਅਮੀਨਸ। So there are the derivative of ammonia in which one hydrogen atom of ammonia has been replaced by alkyl or aryl group। ਇਹ ਇੱਕ ਤਰ੍ਹਾਂ ਦਾ ਕਿਆ ਹੁੰਦਾ, ਡੈਰੀਵੇਟਿਵ ਹੁੰਦਾ ਅਮੋਨੀਆ ਦਾ, ਜਿਹਦੇ ਵਿੱਚ ਕਿਆ ਹੁੰਦਾ, ਅਮੋਨੀਆ ਦਾ ਇੱਕ ਹਾਈਡਰੋਜਨ ਨੂੰ ਕੌਣ ਰਿਪਲੇਸ ਕਰ ਦਿੰਦਾ, ਅਲਕਾਈਲ ਜਾਂ ਅਰਾਈਲ ਗਰੁੱਪ, ਜਾਂ ਤਾਂ CH3 ਹੋਏਗਾ ਜਾਂ ਬੈਂਜ਼ੀਨ ਰਿੰਗ ਰਿਪਲੇਸ ਕਰੇਗੀ। therefore they have characterized by the presence of ammonia group NH2। ਤੇ ਇਹਦੇ ਵਿੱਚ ਕਿਹੜਾ ਅਮੋਨੀਆ ਗਰੁੱਪ ਪ੍ਰੈਜ਼ੈਂਟ, ਅਮੋਨੀਆ ਗਰੁੱਪ ਅਮਾਈਨੋ ਗਰੁੱਪ ਤੇ ਇਸ ਕਰਕੇ ਹੁਣ ਇੱਕ ਹਾਈਡਰੋਜਨ ਦਾ ਰਿਪਲੇਸ ਕਰਤਾ ਆਪਾਂ ਨੇ, ਤਾਂ ਆਪਣੇ ਕੋਲ ਕਿਹੜਾ ਰਹਿ ਗਿਆ, ਆਪਣੇ ਕੋਲ NH2 ਰਹਿ ਗਿਆ। The link to the alkyl aryl group R, if R is the alkyl then amine is called aliphatic amine। अगर अपने को R alkyl group है तो उन्होंने ਆਪਾਂ aliphatic amine कहांगे। if R is aryl group है तो उन्होंने ਆਪਾਂ क्या कहांगे, aromatic और aryl amine, ठीक है। ਜਿਹੜਾ ਅਮਾਈਨ ਹੈ ਜਿਹਦੇ ਵਿੱਚ ਅਮੀਨੋ ਗਰੁੱਪ ਅਟੈਚ ਟੂ ਦ ਐਰੋਮੈਟਿਕ ਸਬਸਟੀਟਿਊਟ ਅਲਕਾਈਲ ਗਰੁੱਪ ਮੇ ਬੀ ਰਿਕਾਰਡ ਅਲਕਾਈਲ ਅਮੀਨ, ਠੀਕ ਹੈ ਜੀ। ਉਹ ਕਹਿੰਦਾ ਜਿਹਦੇ ਵਿੱਚ ਕੀ ਹੁੰਦਾ, ਜਿਹੜਾ ਅਮਾਈਨੋ ਗਰੁੱਪ ਹੈ ਜਿਹੜਾ ਅਟੈਚ ਹੈ ਐਰੋਮੈਟਿਕ ਸਬਸਟੀਟਿਊਸ਼ਨ ਆਫ ਅਲਕਾਈਲ ਗਰੁੱਪ, ਅਲਕਾਈਲ ਦੇ ਨਾਲ ਕੋਈ ਐਰੋਮੈਟਿਕ ਲੱਗਿਆ ਉਹਦੇ ਨਾਲ ਅਟੈਚ ਹੈ ਤਾਂ ਉਹਨੂੰ ਆਪਾਂ ਕਹਾਂਗੇ ਅਰਾਈਲ ਅਮੀਨਸ, ਠੀਕ ਹੈ। ਫॉर एग्जांपल अगर CH3 ਲੱਗਿਆ ਤਾਂ ਐਲੀਫੈਟਿਕ ਅਮੀਨ, ਅਗਰ ਬੈਂਜ਼ੀਨ ਰਿੰਗ ਲੱਗੇ ਤਾਂ ਅਰਾਈਲ ਅਮੀਨ। ਅਗਰ ਬੈਂਜ਼ੀਨ ਰਿੰਗ ਆਪਣੇ ਕੋਲ ਅਲਕਾਈਲ ਅਮੀਨ ਲੱਗਿਆ ਪਰ ਅਲਕਾਈਲ ਗਰੁੱਪ ਦੇ ਨਾਲ ਬੈਂਜ਼ੀਨ ਰਿੰਗ ਲੱਗੀ ਤਾਂ ਉਹਨੂੰ ਕਿਆ ਕਹਾਂਗੇ ਆਪਾਂ, ਅਲਕਾਈਲ ਅਮੀਨ। ਸੈਕੰਡਰੀ ਅਮੀਨ ਦੇਖੋ, ਸੈਕੰਡਰੀ ਅਮੀਨ 'ਚ ਕਿਆ ਹੋਏਗਾ, ਆਪਣੇ ਕੋਲ ਦੋ ਉਹ ਹੋਣਗੇ, ਦੋ ਹਾਈਡਰੋਜਨ ਕੌਣ ਰਿਪਲੇਸ ਕਰ ਦੇਗਾ, ਆਪਣਾ ਆਪਣਾ ਅਲਕਾਈਲ ਜਾਂ ਅਰਾਈਲ ਗਰੁੱਪ ਰਿਪਲੇਸ ਕਰ ਦੇਗਾ। ਇਸ ਕਰਕੇ ਇਹਦੇ ਵਿੱਚ ਕਿਆ ਰਹਿ ਜਾਂਦਾ, ਅਮਾਈਨੋ ਗਰੁੱਪ ਰਹਿੰਦਾ I ਤੇ, ठीक है, IMINO, IMINO ਅਮਾਈਨੋ ਗਰੁੱਪ NH ਗਰੁੱਪ ਰਹਿੰਦਾ, ਠੀਕ ਹੈ। ਸੋ ਅਗਰ ਆਪਣੇ ਕੋਲ ਕਹਿੰਦੇ ਦੋਨੋਂ ਜਿਹੜੇ ਅਲਕਾਈਲ ਗਰੁੱਪ ਜਿਹੜੇ ਦੋ ਹਾਈਡਰੋਜਨ ਜਿਹੜਾ ਦੋ ਅਲਕਾਈਲ ਗਰੁੱਪ ਨੇ ਰਿਪਲੇਸ ਕੀਤਾ ਜਾਂ ਅਰਾਈਲ ਗਰੁੱਪ ਨੇ ਰਿਪਲੇਸ ਕੀਤਾ, ਅਗਰ ਦੋਨੋਂ ਆਇਡੈਂਟੀਕਲ ਹੈ ਤਾਂ ਉਹਨਾਂ ਨੂੰ ਤੁਸੀਂ आइडेंटिकल द अमीन इज कॉल्ड सिंपल। अगर दोनों ग्रुप डिफरेंट है तो अमीन इज कॉल्ड मिक्स्ड। अगर दोनों ग्रुप डिफरेंट है तो मिक्स्ड अमीन कहांगे। अगर सिमिलर है तो सिंपल अमीन कहांगे, ठीक है। अगेन सेकेंडरी अमीन कैन बी प्योरली एलिफेटिक और प्योरली एरोमेटिक और मिक्स एलिफेटिक डिपेंडिंग अपॉन द नेचर ऑफ। प्राइमरी अमीन की तरह ही क्या होगा कि वो एलिफेटिक भी हो सकता है, एरोमेटिक भी हो सकता है, मिक्सड भी हो सकते हैं, ठीक है जी। ਉਸ ਤੋਂ ਬਾਅਦ ਆਉਂਦਾ ਟਰਸ਼ਰੀ ਅਮੀਨ, ਠੀਕ ਹੈ। ਦੇਰ ਆਰ ਦਾ ਅਮੋਨੀਆ ਡੈਰੀਵੇਟਿਵ ਇਨ ਵਿਚ ਆਲ ਦ 3 ਹਾਈਡਰੋਜਨ ਆਫ ਅਮੋਨੀਆ ਹੈਜ਼ ਬੀਨ ਰਿਪਲੇਸਡ ਬਾਈ ਦ ਅਲਕਾਈਲ ਔਰ ਅਰਾਈਲ ਗਰੁੱਪ, ਜਿਹਦੇ ਵਿੱਚ ਅਮੋਨੀਆ ਦੇ ਤਿੰਨ ਹਾਈਡਰੋਜਨ ਕੌਣ ਰਿਪਲੇਸ ਕਰ ਦਿੰਦਾ, ਅਲਕਾਈਲ ਜਾਂ ਫਿਰ ਅਰਾਈਲ ਗਰੁੱਪ। ਇਸ ਕਰਕੇ ਇਹਨਾਂ ਨੂੰ ਆਪਾਂ ਕਿਆ ਕਹਿੰਦੇ ਆ, ਟਰਸ਼ਰੀ ਅਮੀਨ ਕਹਿੰਦੇ ਆ। ਅਟੈਚ ਟੂ ਦ 3 ਅਲਕਾਈਲ ਔਰ ਅਰਾਈਲ ਗਰੁੱਪ ਲਾਈਕ ਸੈਕੰਡਰੀ ਅਮੀਨ ਇਟ ਮੇ ਬੀ ਸਿੰਪਲ ਵੀ ਹੋ ਸਕਦਾ, ਮਿਕਸ ਵੀ ਹੋ ਸਕਦਾ, ਪਿਓਰਲੀ ਐਲੀਫੈਟਿਕ ਵੀ ਹੋ ਸਕਦਾ, ਪਿਓਰਲੀ ਐਰੋਮੈਟਿਕ ਵੀ ਹੋ ਸਕਦਾ, ਠੀਕ ਹੈ ਜੀ। ਉਸ ਤੋਂ ਬਾਅਦ ਆਉਂਦਾ ਸਟਰਕਚਰ ਆਫ ਅਮੀਨ। ਉਹ ਕਹਿੰਦੇ ਹੁਣ ਦੇਖੋ ਆਪਾਂ ਜਿਵੇਂ ਅਮੋਨੀਆ ਸਟਰਕਚਰ ਹੁੰਦੇ, ਅਮੋਨੀਆ ਸਟਰਕਚਰ ਕਹਿੰਦਾ ਅਮੋਨੀਆ ਕੋਲ ਕਲੋਨ ਪੇਅਰ ਹੁੰਦਾ, ਟੈਟਰਾਹਾਈਡਰਲ ਸਟਰਕਚਰ ਹੁੰਦੀ ਹੈ ਅਮੋਨੀਆ ਦੀ। ਉਸੇ ਤਰ੍ਹਾਂ ਦ ਸਟਰਕਚਰ ਆਫ ਅਮੀਨ ਐਂਡ ਦ ਬੌਂਡਿੰਗ ਇਨ ਦੈਮ ਇਨ ਅ ਸਿਮਿਲਰ ਆਫ ਦੈਟ ਆਫ ਅਮੋਨੀਆ। ਅਮੋਨੀਆ ਤਰ੍ਹਾਂ ਹੀ ਹੁੰਦੀ ਹੈ। ਅਮੋਨੀਆ ਵਿੱਚ ਨਾਈਟ੍ਰੋਜਨ ਹੁੰਦਾ, ਅਮੋਨੀਆ ਦੇ ਵਿੱਚ ਦੈਨ ਅਮੋਨੀਆ ਐਟਮ
द नाइट्रोजन एटम इन अमीन इज इन sp3 हाइब्रिडेशन स्टेट 'ਚ ਹੁੰਦਾ, ਠੀਕ ਹੈ, ਜਿਹਦੇ ਵਿੱਚ ਕਿਆ ਹੁੰਦਾ sp3 ਹਾਈਬ੍ਰਿਡੇਸ਼ਨ ਦੀ ਜਿਓਮੈਟਰੀ ਕਿਹੜੀ ਹੁੰਦੀ ਟੈਟਰਾਹੈਡਰਲ, ਦੈਟ ਮੀਨਸ ਸਾਰੇ ਐਟਮ ਕਿਸ ਤਰ੍ਹਾਂ ਅਰੇਂਜ ਹੋਣਗੇ ਟੈਟਰਾਹੈਡਰਲੀ ਅਰੇਂਜ ਹੋਣਗੇ, ठीक है। three of these orbital which contain one electron each form a sigma bond, ਜਿਹੜਾ 3 sp3 ਜਿਹੜਾ ਨਾਈਟ੍ਰੋਜਨ ਆਈਟਮ ਹੋਏਗਾ sp3 ਹਾਈਬ੍ਰਿਡਾਈਜ਼ ਹੋਏਗਾ ਟੈਟਰਾਹਾਈਡਰਲ ਸਟਰਕਚਰ 'ਚ ਹੋ ਸਕਦਾ। ਹੁਣ ਜਿਹੜੇ 3 ਆਪਣੇ ਕੋਲ ਆਰਬਿਟਲ ਆ p ਦੇ ਵਿੱਚ ਜਿਹੜੇ 3 ਇਲੈਕਟ੍ਰੋਨ ਪਏ ਆ ਉਹ ਕਰਨਗੇ ਉਹ ਉਹਨਾਂ ਕੋਲ ਸਿੰਗਲ ਬੌਂਡ ਹੋਗਾ ਤਾਂ ਸਿਗਮਾ ਬੌਂਡ ਫਾਰਮ ਕਰ ਲੈਣਗੇ किस फॉर्म विद द थ्री ग्रुप अटैच टू द नाइट्रोजन, ਜਿਹੜੇ 3 ਗਰੁੱਪ ਅਟੈਚ ਹੋਣਗੇ ਨਾਈਟ੍ਰੋਜਨ ਦਾ ਉਹਨਾਂ ਦੇ ਨਾਲ। ਵਾਈਲ ਦਾ 4th ਆਰਬਿਟਲ ਕਟੋਨ ਅਤੇ ਇੱਕ ਆਰਬਿਟਲ ਕੋਲ ਕਿਆ ਪਿਆ ਹੋਏਗਾ ਲੋਨ ਪੇਅਰ ਪਿਆ ਹੋਏਗਾ, ਠੀਕ ਹੈ। ਸੋ ਆਹ ਸਟਰਕਚਰ ਹੈ ਦੇਖ ਲਓ, ਨਾਈਟ੍ਰੋਜਨ ਆ ਇਹ ਨਾਈਟ੍ਰੋਜਨ sp3 ਹਾਈਬ੍ਰਿਡਾਈਜ਼ ਹੈ, ਇਹਦਾ ਇੱਕ ਆਰਬਿਟ ਇਹਦੇ ਕੋਲ 3 ਸਿੰਗਲ ਇਲੈਕਟ੍ਰੋਨਸ ਪਏ ਹੋਣਗੇ ਤਾਂ ਕਿਹਦੇ ਨਾਲ ਬੌਂਡ ਬਣਾਉਣਗੇ ਇਹਨਾਂ ਤਿੰਨਾਂ ਗਰੁੱਪਸ ਦੇ ਨਾਲ, ਅਲਕਾਈਲ ਜਾਂ ਅਰਾਈਲ ਕੁਝ ਵੀ ਹੋ ਸਕਦਾ, ਠੀਕ ਹੈ। ਇੱਕ ਕਿਆ ਹੋਏਗਾ ਲੋਨ ਪੇਅਰ ਹੋਏਗਾ। ਹੁਣ ਲੋਨ ਪੇਅਰ ਦੀ ਪ੍ਰੈਜ਼ੈਂਸ ਨੋਟ ਕਰਕੇ ਜਿਹੜਾ ਇਹਨਾਂ ਦਾ ਬੌਂਡ ਐਂਗਲ ਆ 109.28 ਡਿਗਰੀ ਨਾ ਰਹਿ ਕੇ 108 ਡਿਗਰੀ ਹੋ ਜਾਂਦਾ ਹੈ, ਡਿਸਟੋਰਟਡ ਹੋ ਗਿਆ। ਇਸ ਤਰੀਕੇ ਨੂੰ ਆਪਾਂ ਡਿਸਟੋਰਟਡ ਟੈਟਰਾਹੈਡਰਲਸ ਵੀ ਕਹਿੰਦੇ ਆ ਔਰ ਪਿਰਾਮਿਡਲ ਸਟਰਕਚਰ ਹੋਏਗੀ। ਲਾਈਕ ਅਮੋਨੀਆ ਇਹਦੀ ਵੀ ਐਕਚੁਅਲ ਸ਼ੇਪ ਪਿਰਾਮਿਡਲ ਹੁੰਦੀ ਹੈ। ਕਾਰਬਨ ਨਾਈਟ੍ਰੋਜਨ ਕਾਰਬਨ ਬੌਂਡ ਐਂਗਲ ਕਲੋਜ਼ ਟੂ ਦ ਟੈਟਰਾਹਾਈਡਰਲ ਐਂਗਲ ਬਹੁਤ ਜ਼ਿਆਦਾ ਕਲੋਜ਼ ਹੁੰਦਾ ਹੈ ਕਿਉਂਕਿ 109 ਤੇ 108 ਡਿਗਰੀ 'ਚ ਬਹੁਤ ਥੋੜਾ ਫਰਕ ਹੈ। ਐਕਚੁਅਲ ਐਂਗਲ ਆਫ ਟ੍ਰਾਈਮਿਥਾਈਲਾਮੀਨ ਇਜ਼ 108 ਡਿਗਰੀ, ਦ ਐਂਗਲ ਆਫ ਦ ਸਲਾਈਟਲੀ ਗ੍ਰੇਟਰ ਦੈਨ, ਇਹ ਥੋੜਾ ਜਿਹਾ ਉਹਦੇ ਨਾਲੋਂ ਅਮੋਨੀਆ ਦੇ ਨਾਲੋਂ ਜ਼ਿਆਦਾ ਹੁੰਦਾ ਹੈ ਐਂਗਲ, ਅਮੋਨੀਆ ਦਾ 107 ਹੁੰਦਾ ਹੈ। in ammonia due to the greater steric repulsion between methyl group as compared to the hydrogen atom in the ammonia। ਕਿਉਂ ਹੁੰਦਾ ਜ਼ਿਆਦਾ ਕਿਉਂਕਿ ਜਿਹੜੇ ਆਪਣੇ ਕੋਲ ਕਿ ਅਮੋਨੀਆ ਦੇ ਵਿੱਚ ਹਾਈਡਰੋਜਨਸ ਲੱਗੇ ਹੁੰਦੇ ਨੇ, ਇਹਦੇ ਵਿੱਚ ਕਿ ਆਪਣੇ ਕੋਲ ਅਲਕਾਈਲ ਜਾਂ ਅਰਾਈਲ ਗਰੁੱਪ ਲੱਗੇ ਹੋਣਗੇ, ਇਸ ਕਰਕੇ ਉਹ ਸਟੇਰਿਕ ਹਿੰਡਰੈਂਸ ਪ੍ਰੋਡਿਊਸ ਕਰਦੇ ਜਿਹਦੇ ਕਰਕੇ ਕਿਆ ਹੁੰਦਾ ਬੌਂਡ ਐਂਗਲ ਜ਼ਿਆਦਾ ਹੋ ਜਾਂਦਾ ਹੈ। ਨੋਮਨਕਲੇਚਰ ਅਗਰ ਐਲੀਫੈਟਿਕ, ਹੁਣ ਦੇਖੋ ਨੋਮਨਕਲੇਚਰ ਆਪਣੇ ਕੋਲ ਦੋ ਤਰ੍ਹਾਂ ਦੇ ਆਉਂਦੇ ਆ, ਐਲੀਫੈਟਿਕ ਔਰ ਐਰੋਮੈਟਿਕ ਐਮੀਨਸ ਹੈ ਨਾ। ਸੋ ਜਦੋਂ ਐਲੀਫੈਟਿਕ ਦੀ ਗੱਲ ਕਰਦੇ ਦੋ ਤਰ੍ਹਾਂ ਸਿਸਟਮ ਆਉਂਦੇ, ਕਾਮਨ ਸਿਸਟਮ ਐਂਡ ਆਇਓਪੈਕ, ਦੋਨਾਂ 'ਚ ਆਣਗੇ, ਠੀਕ ਹੈ। In the common system aliphatic amine are named by adding the word amine to the name of alkyl। क्या होएगा ਸਿੰਪਲ, ਜਿਹੜਾ ਆਪਣੇ ਕੋਲ ਪਹਿਲਾਂ ਤੁਸੀਂ ਕੰਪਾਊਂਡ ਦੇਖ ਲਿਆ ਜਿਵੇਂ CH3NH2 ਆ, ਤੁਸੀਂ ਦੇਖ ਲੈਣਾ ਕਿਹੜਾ ਤੁਹਾਡੇ ਕੋਲ ਅਲਕਾਈਲ ਗਰੁੱਪ ਲੱਗਿਆ, ਉਸ ਅਲਕਾਈਲ ਗਰੁੱਪ ਦਾ ਨਾਮ ਦੇਖ ਕੇ ਪਿੱਛੇ ਕਿਆ ਲਾ ਦੇਣਾ ਅਮੀਨ ਲਗਾ ਦੇਣਾ। ਜਿਵੇਂ ਇੱਥੇ ਮਿਥਾਈਲ ਲੱਗਿਆ ਤਾਂ ਮਿਥਾਈਲ ਅਮੀਨ, ਇੱਥੇ ਕਿਆ ਲੱਗਿਆ ਪ੍ਰੋਪਾਈਲ, ਠੀਕ ਹੈ, ਪ੍ਰੋਪਾਈਲ ਅਮੀਨ ਹੋ ਗਿਆ, ਠੀਕ ਹੈ। ਇੱਥੇ 2 NH ਡਾਈਮਿਥਾਈਲ ਅਮੀਨ ਹੋ ਗਿਆ, 2 ਸਿਮਿਲਰ ਗਰੁੱਪ ਆ ਗਏ, ਡਾਈਮਿਥਾਈਲ ਐਨ ਬਿਟਾਈਲ ਅਮੀਨ ਹੋ ਗਿਆ, ਠੀਕ ਹੈ। ਸੋ ਜੋ ਜਿਹੜੀ ਵੀ ਸਾਡੇ ਕੋਲ ਅਲਕਾਈਲ ਜਾਂ ਅਰਾਈਲ ਗਰੁੱਪ ਲੱਗਿਆ ਉਹਦੇ ਅਲਕਾਈਲ ਸੌਰੀ ਐਲੀਫੈਟਿਕ ਤਾਂ ਅਲਕਾਈਲ, ਕੋਈ ਵੀ ਅਲਕਾਈਲ ਗਰੁੱਪ ਲੱਗਿਆ ਤਾਂ ਕੋਈ ਵੀ ਅਲਕਾਈਲ ਗਰੁੱਪ ਲੱਗਿਆ ਤਾਂ ਉਹਦੇ ਨਾਲ ਕਿਆ ਲਗਾਉਣਾ ਅਮੀਨ ਲਗਾਉਣਾ। ਅਗਰ ਆਇਓਪੈਕ ਸਿਸਟਮ ਦੀ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਤਿੰਨ ਪਾਰਟ 'ਚ ਬਣਨਾ, ਪ੍ਰਾਇਮਰੀ ਸੈਕੰਡਰੀ ਔਰ ਟਰਸ਼ਰੀ, ਠੀਕ ਹੈ। ਸੋ ਅਗਰ ਆਪਾਂ ਪ੍ਰਾਇਮਰੀ ਅਮੀਨ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਕਿਆ ਹੁੰਦਾ ਹੈ ਕਿ ਪ੍ਰਾਇਮਰੀ ਅਮੀਨ ਦੇ ਵਿੱਚ ਜਿਹੜਾ ਐਂਡ ਵਾਲਾ ਰਿਮੂਵਿੰਗ ਦਾ ਫਾਈਨਲ ਈ ਆਫ ਦਾ ਨੇਮ, ਹੁਣ ਦੇਖੋ ਐਲਕੇਨ ਹੈ, ਠੀਕ ਹੈ, ਤਾਂ ਕਿਆ ਹੋਣਾ ਕਹਿੰਦੇ ਜਿਹੜਾ ਤੁਸੀਂ ਐਲਕੇਨ ਹੈ ਜਿਵੇਂ ਇੱਥੇ CH3NH2 ਆ ਤਾਂ CH3 ਕਿਹੜੇ ਇਹਦਾ ਪੇਰੈਂਟ ਕਾ ਹਾਈਡਰੋਕਾਰਬਨ ਕਿਹੜਾ ਹੋਏਗਾ ਮਿਥੇਨ, ਮਿਥੇਨ ਦਾ E ਕੱਟ ਕੇ ਪਿੱਛੇ ਕਿਆ ਲੈਣਾ ਅਮੀਨ ਗਰੁੱਪ ਲਗਾ ਦੇਣਾ। ਸੋ ਆਪਣੇ ਕੋਲ ਹੁੰਦਾ METHENE, E ਕੱਟ ਕੇ ਮੈਂ ਕਿਆ ਲਗਾਤਾ AMINE, ਮਿਥਾਈਲ ਅਮੀਨ, ਮਿਥੇਨ ਅਮੀਨ, ਠੀਕ ਹੈ, ਮਿਥੇਨ ਅਮੀਨ। स्टार 2 प्रोपेनामीन, ठीक है, 3 मिथाइल 1 ब्यूटामीन हो गया ਐਵੇਂ ਹੋ ਗਿਆ। ਅਗਰ ਆਪਾਂ ਸੈਕੰਡਰੀ ਦੀ ਗੱਲ ਕਰਦੇ ਹਾਂ ਤਾਂ ਸੈਕੰਡਰੀ ਦੇ ਵਿੱਚ ਨਾਈਟ੍ਰੋਜਨ ਸਬਸਟੀਟਿਊਟ ਪ੍ਰਾਇਮਰੀ ਅਮੀਨ ਹੁੰਦੇ ਆ, ਠੀਕ ਹੈ। ਸੋ ਆਪਾਂ ਕਿਆ ਲਵਾਂਗੇ N ਸਟੈਂਡਸ ਫॉर ਨਾਈਟ੍ਰੋਜਨ ਸਬਸਟੀਟਿਊਟ, N ਮਿਥਾਈਲ ਮਿਥੇਨਾਮੀਨ, ਠੀਕ ਹੈ, N ਡਾਈਮਿਥਾਈਲ ਮਿਥੇਨਾਮੀਨ, ਠੀਕ ਹੈ। ਇੱਕ ਤੁਸੀਂ ਉਹਨਾਂ ਨੇ ਕਿਹਾ ਕਿ ਤੁਸੀਂ ਕਿਵੇਂ ਲਿਖੋਗੇ ਨਾਈਟ੍ਰੋਜਨ ਸਬਸਟੀਟਿਊਟ ਪ੍ਰਾਇਮਰੀ ਅਮੀਨ ਲਿਖੋਗੇ, ਦੈਟ ਮੀਨਸ ਇਹ ਤਾਂ ਆਪਣਾ ਪ੍ਰਾਇਮਰੀ ਅਮੀਨ ਹੋ ਗਿਆ। ਇਹ ਪ੍ਰਾਇਮਰੀ ਅਮੀਨ ਦੇ ਨਾਲ ਕਿਆ ਲੱਗਾ ਇੱਕ ਮਿਥਾਈਲ ਗਰੁੱਪ ਲੱਗਿਆ ਤਾਂ ਆਪਾਂ ਲਿਖਤਾ N ਮਿਥਾਈਨਾਮੀਨ, ਠੀਕ ਹੈ। ਇਹਦੇ ਵਿੱਚ 2 ਲੱਗੇ ਆ ਤਾਂ ਇੱਕ ਇਹਨੂੰ ਛੱਡ ਕੇ ਇੱਕ ਨੂੰ ਤਾਂ ਆਪਾਂ ਤੁਸੀਂ ਪੇਰੈਂਟ ਮੰਨ ਲੈਣਾ, 2 ਲੱਗੇ ਤਾਂ N ਡਾਈਮਿਥਾਈਲ ਮਿਥੇਨਾਮੀਨ, ਠੀਕ ਹੈ। ਅਗਰ ਆਪਾਂ ਸੈਕੰਡਰੀ ਟਰਸ਼ਰੀ ਅਮੀਨ ਔਰ ਮਿਕਸਡ ਅਮੀਨ, ਅਗਰ ਸੈਕੰਡਰੀ ਤੇ ਟਰਸ਼ਰੀ ਅਮੀਨ ਮਿਕਸ ਅਮੀਨ ਹੋਣਗੇ ਤਾਂ ਜਿਹੜੀ ਲੌਂਗੈਸਟ ਚੇਨ ਹੈ ਉਹਨੂੰ ਪਹਿਲਾਂ ਸਿਲੈਕਟ ਕਰਨਾ ਹੈ, ਠੀਕ ਹੈ। ਦੈਨ ਉਸ ਜਿਹੜੀ ਪ੍ਰਾਇਮਰੀ ਅਮੀਨ ਨੂੰ ਇੰਡੀਕੇਟ ਕਰੇ ਉਹ ਲੌਂਗੈਸਟ ਚੇਨ ਸਿਲੈਕਟ ਕਰਨੀ ਹੈ, ਦੈਨ ਉਸ ਤੋਂ ਬਾਅਦ ਉਹਦੀ ਨੇਮਿੰਗ ਕਰਨੀ ਹੈ। ਫੋਰ ਐਗਜ਼ਾਮਪਲ ਸਭ ਤੋਂ ਲੌਂਗੈਸਟ ਚੇਨ ਕਿਹੜੀ ਹੈ 'ਚ ਦੇਖੋ, ਹੁਣ ਇਹ ਵਾਲੀ ਚੀਜ਼ ਹੈ, ਠੀਕ ਹੈ। ਇੱਥੇ CH3 ਲੱਗਿਆ, ਇੱਥੇ CH2 CH3 ਲੱਗਿਆ, ਦੈਟਸ ਮੀਨ ਲੌਂਗੈਸਟ ਚੇਨ ਦਾ ਇਹ ਹੈ ਨਾ, ਪਰ ਹੈ ਤਾਂ ਇਹ ਵੀ ਪ੍ਰਾਇਮਰੀ ਅਮੀਨ ਨੂੰ ਹੀ ਇੰਡੀਕੇਟ ਕਰਦੀ, ਕੋਈ
ਉਹ ਇੱਕ ਗਰੁੱਪ ਲੱਗਿਆ, ਇਥਾਈਲ ਗਰੁੱਪ ਲੱਗਿਆ ਹੈ, ਤਾਂ ਕਹਿੰਦੇ ਲੌਂਗੈਸਟ ਚੇਨ ਸਿਲੈਕਟ ਕਰਨੀ ਹੈ, ਠੀਕ ਹੈ, ਉਹਨੂੰ ਪ੍ਰਾਇਮਰੀ ਅਮੀਨ ਮੰਨਣਾ, ਦੂਸਰੇ ਦਾ ਨਾਮ ਦੇਣਾ। ਸੋ ਆਪਣੇ ਕੋਲ ਆ ਗਿਆ ਐਨ ਮਿਥਾਈਲ ਇਥਾਈਨਾਮੀਨ, ਠੀਕ ਹੈ। ਇਸੇ ਤਰ੍ਹਾਂ ਹੁਣ ਇਹਨੂੰ ਦੇਖੋ, ਆਪਣੇ ਕੋਲ ਕਿਆ ਆਏਗਾ, ਲੌਂਗੈਸਟ ਚੇਨ ਕਿਹੜੀ ਲੈਣੀ ਹੈ ਆਪਾਂ ਨੇ, ਇਹ ਵਾਲੀ ਆएगी 1 2 3 4 ਵਾਲੀ आएगी, 2 ਵਾਲੀ ਤਾਂ ਨਹੀਂ ਆएगी। ਸੋ ਆਪਾਂ ਨੇ ਕਿਆ ਲਿਖਤਾ ਐਨ, ਠੀਕ ਹੈ, ਇਥਾਈਲ ਨਾਈਟ੍ਰੋਜਨ ਦੇ ਨਾਲ ਇਥਾਈਲ ਗਰੁੱਪ ਲੱਗਿਆ, ਨਾਈਟ੍ਰੋਜਨ ਦੇ ਨਾਲ ਹੀ ਕਿਹੜਾ ਗਰੁੱਪ ਲੱਗਿਆ, ਐਨ ਮਿਥਾਈਲ, ਠੀਕ ਹੈ, ਨਾਲ ਕਿਆ ਲੱਗਿਆ ਬਿਊਟੀਨ 1 ਅਮੀਨ, ਠੀਕ ਹੈ, ਕਿਉਂਕਿ ਬਿਊਟੀਨ ਦੇ ਫਸਟ ਕਾਰਬਨ ਦੇ ਨਾਲ ਅਮੀਨ ਗਰੁੱਪ ਲੱਗਿਆ ਤਾਂ 1 ਅਮੀਨ ਲਿਖਤਾ ਆਪਾਂ ਨੇ। ਉਸ ਤੋਂ ਆਪਾਂ ਗੱਲ ਕਰਦੇ ਐਰੋਮੈਟਿਕ ਅਮੀਨਸ ਦੀ। ਉਹ ਕਹਿੰਦੇ ਕਿ ਜਿਹੜੇ ਐਰਾਈਲ ਅਮੀਨਸ ਆ, ਦਾ ਸਿੰਪਲੈਸਟ ਐਰੋਮੈਟਿਕ ਅਮੀਨ ਇਜ਼ NH2 that is aniline। ਉਹ ਤਾਂ ਆਪਾਂ ਨੂੰ ਪਤਾ, even though the IUPAC name is benzamine, this is popularly known as aniline। The most of the aryl amine are in which the amino group is directly attached to the aromatic ring are generally named as derivative of aniline। So ਸਭ ਤੋਂ ਜ਼ਿਆਦਾ ਜਿਹੜਾ commonest simplest aromatic ਹੈ ਉਹ ਹੈਗਾ aniline। ਤਾਂ ਜਿਹੜੇ ਬਾਕੀ ਜਿੰਨੇ ਵੀ ਐਰੋਮੈਟਿਕ ਅਮੀਨਸ ਬਣਦੇ ਜਿਨ੍ਹਾਂ ਵਿੱਚ ਐਰੋਮੈਟਿਕ ਜਿਹੜੇ ਵਿੱਚ ਕਿਆ ਹੈ ਅਮੀਨ ਗਰੁੱਪ ਬੈਂਜ਼ੀਨ ਰਿੰਗ ਦੇ ਨਾਲ ਡਾਇਰੈਕਟਲੀ ਅਟੈਚ ਹੋਊਗਾ, ਉਹਨੂੰ ਤੁਸੀਂ ਕਿਆ ਕਹੋਗੇ, ਸਬਸਟੀਟਿਊਟ ਡੈਰੀਵੇਟਿਵ ਆਫ ਐਨਾਲੀਨ। ਫਾਰ ਐਗਜ਼ਾਮਪਲ ਇਹ ਤਾਂ ਆਪਣੇ ਕੋਲ ਐਨਾਲੀਨ ਆ। ਹੁਣ ਦੇਖੋ ਇਹ ਚੀਜ਼, ਇਹਦੇ ਵਿੱਚ ਇੱਕ ਐਨਾਲੀਨ ਦਾ ਹਾਈਡਰੋਜਨ ਨੂੰ ਕਿੰਨੇ ਰਿਪਲੇਸ CH3 ਨੇ, ਤਾਂ ਆਪਣੇ ਕੋਲ ਆ ਗਿਆ ਐਨ ਮਿਥਾਈਲ ਐਨਾਲੀਨ ਜਾਂ ਐਨ ਮਿਥਾਈਲ ਬੈਂਜ਼ਾਮੀਨ ਆ ਗਿਆ, ਠੀਕ ਹੈ। ਇਸੇ ਤਰ੍ਹਾਂ ਇਹਦੇ ਦੋਨੋਂ ਹਾਈਡਰੋਜਨ ਨੂੰ ਤਿੰਨਾਂ ਹਾਈਡਰੋਜਨ ਨੂੰ ਕਿਹਨੇ ਰਿਪਲੇਸ ਕਰਤਾ, ਸੌਰੀ ਦੋਨੋਂ ਹਾਈਡਰੋਜਨ ਕਿਹਨੇ ਰਿਪਲੇਸ ਕਰਤਾ, ਇਥਾਈਲ ਗਰੁੱਪ ਨੇ। ਤਾਂ ਆਪਣੇ ਕੋਲ ਰਿਹਾ ਤਾਂ ਫਿਰ ਵੀ ਐਨਾਲੀਨ ਹੀ ਹੈ, ਤਾਂ ਆਪਣੇ ਕੋਲ ਐਨ ਡਾਈ ਇਥਾਈਲ ਐਨਾਲੀਨ ਆ ਗਿਆ, ਠੀਕ ਹੈ, ਜਾਂ ਪੈਰਾ ਨਾਈਟ੍ਰੋ ਐਨਾਲੀਨ ਆ ਜਾਏਗਾ। ਉਸ ਤੋਂ ਬਾਅਦ ਡਾਈਅਰਾਈਲ ਔਰ ਟ੍ਰਾਈਅਰਾਈਲ ਅਮੀਨਸ ਦੀ ਗੱਲ ਕਰਦੇ ਹਾਂ। ਦੇ ਆਰ ਨੇਮਡ ਐਜ਼ ਅ ਵੈਰੀ ਸੇਮ ਵੇ ਦ ਐਲੀਫੈਟਿਕ ਅਮੀਨ ਐਦਰ ਬਾਈ ਰਾਈਟਿੰਗ ਦ ਨੇਮ ਆਫ ਰਾਈਲ ਗਰੁੱਪ, ਠੀਕ ਹੈ। ਅਗਰ ਆਪਣੇ ਕੋਲ ਡਾਈ ਜਾਂ ਟ੍ਰਾਈਅਰਾਈਲ ਅਮੀਨਸ ਆਉਂਦੇ ਤਾਂ ਉਹਨੂੰ ਆਪਾਂ ਐਲੀਫੈਟਿਕ, ਜਿਵੇਂ ਐਲੀਫੈਟਿਕ ਅਮੀਨਸ ਲਿਖਦੇ ਉਵੇਂ ਲਿਖਣਾ, ਠੀਕ ਹੈ। ਕਿਆ ਲਿਖਣਾ, ਡਾਈਫਿਨਾਈਲ ਅਮੀਨ ਜਾਂ ਐਨਫਿਲਾਈਨ ਐਨਾਲੀਨ ਜਾਂ ਐਨਫਿਲਾਈਨ ਬੈਂਜ਼ਾਮੀਨ, ਠੀਕ ਹੈ, ਜਾਂ ਫਿਰ ਟ੍ਰਾਈਫਿਨਾਈਲ ਅਮੀਨ, ਕਿਉਂਕਿ 3 ਫਿਨਾਈਲ ਗਰੁੱਪ ਲੱਗੇ ਆ ਅਤੇ ਤੁਹਾਨੂੰ ਲਿਖ ਦੂੰਗੇ ਟ੍ਰਾਈਫਿਨਾਈਲ ਐਨਾਲੀਨ। ਉਸ ਤੋਂ ਬਾਅਦ ਗੱਲ ਕਰਦੇ ਹਾਂ ਪ੍ਰੈਪਰੇਸ਼ਨਸ ਦੀ। ਉਹ ਕਹਿੰਦੇ ਫਸਟ ਆਫ ਆਲ ਕਿਵੇਂ ਤੁਸੀਂ ਇਹਨੂੰ ਪ੍ਰਿਪੇਅਰ ਕਰ ਸਕਦੇ ਹੋ, ਰਿਡਕਸ਼ਨ ਆਫ ਦ ਨਾਈਟ੍ਰੋ ਕੰਪਾਊਂਡ। ਕਹਿੰਦੇ ਨਾਈਟ੍ਰੋ ਕੰਪਾਊਂਡ ਕੈਨ ਈਜ਼ਲੀ ਰਿਡਿਊਸ ਬਾਈ ਦਾ ਅਮੀਨੋ ਗਰੁੱਪ ਐਦਰ ਬਾਈ ਦਾ ਕੈਟਲਿਟਿਕ ਹਾਈਡਰੋਜਨੇਸ਼ਨ ਔਰ ਬਾਈ ਦਾ ਕੈਮੀਕਲ ਰਿਡਕਸ਼ਨ। ਜਿਹੜਾ ਨਾਈਟ੍ਰੋ ਗਰੁੱਪ ਹੈ ਅਮੀਨੋ ਐਸਿਡ ਦੇ ਅਮੀਨੋ ਗਰੁੱਪ ਦੇ ਵਿੱਚ, ਤਾਂ ਉਹਦੇ ਵਿੱਚ ਉਹਨੂੰ ਤੁਸੀਂ 2 ਤਰ੍ਹਾਂ ਨਾਲ ਰਿਡਿਊਸ ਕਰ ਸਕਦੇ ਹੋ। ਫਸਟ ਮੈਥਡ ਹੈ ਕੈਟਲਿਟਿਕ ਹਾਈਡਰੋਜਨੇਸ਼ਨ ਔਰ ਬਾਈ ਕੈਮੀਕਲ ਰਿਡਕਸ਼ਨ। ਦਿਸ ਮੈਥਡ ਇਜ਼ ਕਾਮਨਲੀ ਇੰਪਲਾਇਡ ਫॉर द preparation of primary amines। ਇਹ ਪ੍ਰਾਇਮਰੀ ਅਮੀਨ ਬਣਾਉਣ ਲਈ ਬਹੁਤ ਜ਼ਿਆਦਾ ਯੂਜ਼ ਕੀਤਾ ਜਾਂਦਾ ਹੈ। ਸਿੰਸ aromatic nitro compound are readily available, in recent years the method is becoming increasingly important even for the preparation of aliphatic amine। For the aliphatic nitro compound are now being prepared commercially by vapor phase of nitroalkene। ਪਹਿਲਾਂ ਇਹ ਸਿਰਫ ਪ੍ਰਾਇਮਰੀ ਐਰੋਮੈਟਿਕ ਅਮੀਨਸ ਬਣਾਉਣ ਲਈ ਯੂਜ਼ ਹੁੰਦਾ ਸੀ, ਕੈਟਲਿਟਿਕ ਹਾਈਡਰੋਜਨੇਸ਼ਨ ਔਰ ਕੈਮੀਕਲ ਰਿਡਕਸ਼ਨ, ਬਟ ਨਾਓ ਦੇ ਟਾਈਮ ਦੇ ਵਿੱਚ ਇਹ ਐਲੀਫੈਟਿਕ ਅਮੀਨਸ ਬਣਾਉਣ ਦੇ ਲਈ ਵੀ ਯੂਜ਼ ਹੋਣ ਲੱਗ ਗਿਆ। फर्स्ट ऑफ ऑल देखते कैटलिटिक हाइड्रोजनेशन। ये क्या करना, नाइट्रोबेंजीन कोई भी एरोमेटिक कंपाउंड लेना विच कंटेन नाइट्रो ग्रुप, ठीक है। सो अपने जनरली ये नाइट्रो कंपाउंड लता, ठीक है, जिहदे इन विद द हाइड्रो मॉलिक्यूलर हाइड्रोजन इन द प्रेजेंस, ठीक है। हुण अपने कोई भी नाइट्रो कंपाउंड लेना, एरोमेटिक नाइट्रो कंपाउंड लेना, आप नाइट्रोबेंजीन लेना, उन्होंने रिएक्ट करना है हाइड्रोजन के नाल इन द प्रेजेंस ऑफ कैटलिस्ट। कैटलिटिक हाइड्रोजनेशन तो कैटलिस्ट की प्रेजेंस तो होएगी। सो आप निकल और प्लैटिनम ਨੂੰ ਲਵਾਂਗੇ, ਕੋਈ ਵੀ ਦੋਨਾਂ 'ਚ ਲੈ ਸਕਦੇ ਆ। ਹਾਈਡਰੋਜਨੇਸ਼ਨ ਕਰਨੀ ਹੈ ਤਾਂ ਆਪਣੇ ਕੋਲ ਫਾਰਮੇਸ਼ਨ ਹੋ ਜਾਏਗੀ ਐਨਾਲਿਨ, ਜਿਹੜਾ ਆਕਸੀਜਨ ਉਹਨੂੰ ਕੌਣ ਰਿਪਲੇਸ ਕਰ ਦੇਗਾ, ਹਾਈਡਰੋਜਨ ਗਰੁੱਪ। ਬਟ ਅ ਸੀਰੀਅਸ ਲਿਮਿਟੇਸ਼ਨ ਆਫ ਕੈਟਲਿਟਿਕ ਹਾਈਡਰੋਜਨੇਸ਼ਨ ਇਜ਼ ਦੈਟ ਇਟ ਅਦਰ ਰਿਡਿਊਸੇਬਲ ਗਰੁੱਪ ਸੱਚ ਐਜ਼ ethylenic double bond if present in the nitro compound that got reduced। ਪਰ ਇੱਕ ਸੀਰੀਅਸ ਲਿਮਿਟੇਸ਼ਨ ਕਿਆ ਹੈ ਕਿ ਉਹ ਸਿਰਫ ਨਾਈਟ੍ਰੋ ਗਰੁੱਪ ਨੂੰ ਹੀ ਰਿਡਿਊਸ ਨਹੀਂ ਕਰਦਾ, ਬਲਕਿ ਜੇ ਅਗਰ ਆਪਣੇ ਕੋਲ ਕਹਿੰਦੇ ਐਰੋਮੈਟਿਕ ਅਮੀਨ ਦੇ ਵਿੱਚ ਕੋਈ ਐਵੇਂ ਦਾ ਸਬਸਟੀਟਿਊਟ ਲੱਗੀ ਹੋਵੇ ਜਿਸ 'ਚ ਇਥਾਈਲਿਨ ਜਿਸ ਡਬਲ ਬੌਂਡ ਹੋਵੇ, ਤਾਂ ਉਸ ਚੀਜ਼ ਨੂੰ ਵੀ ਕਿਆ ਕਰ ਦਿੰਦਾ, ਉਹ ਰਿਡਿਊਸ ਕਰ ਦਿੰਦਾ। ਸੋ ਇਹ ਆਪਾਂ ਨੂੰ ਚਾਹੀਦਾ ਨਹੀਂ ਹੁੰਦਾ। ਸੋ ਇਸ ਕਰਕੇ ਇਹ ਅਗਰ ਨਹੀਂ ਚਾਹੀਦਾ ਤਾਂ ਇਹਦੀ ਲਿਮਿਟੇਸ਼ਨ ਆ ਜਾਂਦੀ ਹੈ। ਸੈਕਿੰਡ ਹੈ ਨਾ ਕੈਮੀਕਲ ਰਿਡਕਸ਼ਨ। ਉਹ 'ਚ ਕਿਆ ਕਰਨਾ, ਨਾਈਟ੍ਰੋਬੈਂਜ਼ੀਨ ਦੇ 2 ਮੋਲੀਕੂਲ ਲੈਣੇ ਆ, ਉਹਨੂੰ 3 NaCl ਦੀ ਪ੍ਰੈਜ਼ੈਂਸ ਡਿਟੈਕਟ ਕਰਨਾ। ਆਪਣੇ ਕੋਲ ਪਹਿਲਾਂ ਇੱਕ ਅਮੀਨ ਸਾਲਟ ਆ ਜਾਏਗਾ, ਠੀਕ ਹੈ। ਕਿਆ ਹੋਇਆ, ਨਾਈਟ੍ਰੋਬੈਂਜ਼ੀਨ ਦੇ ਜਿੱਥੇ O2 ਲੱਗਿਆ ਉੱਥੇ ਕਿਆ ਲੱਗਿਆ NH3, ਇੱਕ ਹਾਈਡਰੋਜਨ ਐਕਸਚੇਂਜ ਕਰਕੇ ਪੋਜ਼ਿਟਿਵ ਚਾਰਜ ਆਏਗਾ, ਨਾਲ ਕਿਆ ਗਿਆ SnCl62 ਨੈਗੇਟਿਵ, ਇੱਕ ਸਾਲਟ ਬਣ ਗਿਆ, ਪੋਜ਼ਿਟਿਵ ਨੈਗੇਟਿਵ ਸੈਪਰੇਟ ਹੋ ਗਿਆ। ਫਿਰ ਉਹਦੀ ਕਿਆ ਕਰਨੀ ਆ, ਉਹਦੇ ਵਿੱਚ ਐਲਕਲੀ ਸੋਲਿਊਸ਼ਨ ਐਡ ਕਰਨਾ, ਸਟੀਮ ਡਿਸਟੀਲੇਸ਼ਨ ਕਰਨੀ ਹੈ ਉਹਨਾਂ ਦੀ, ਠੀਕ ਹੈ। ਸਟੀਮ ਦੀ ਪ੍ਰੈਜ਼ੈਂਸ ਰਿਐਕਸ਼ਨ ਹੋਏਗੀ ਤਾਂ ਆਪਣੇ ਕੋਲ ਆ ਜਾਏਗਾ ਐਨਾਲੀਨ, ਔਰ SnO3 2 ਨੈਗੇਟਿਵ ਕਿਆ ਹੋ ਜਾਏਗਾ, ਰਿਮੂਵ ਹੋ ਜਾਏਗਾ।
ਠੀਕ ਆ। ਪੈਰਾ ਨਾਈਟ੍ਰੋਟੋਲਵਿਨ ਲੈ ਲਿਆ, ਉਹਦੀ ਆਇਰਨ HCl ਦੀ ਪ੍ਰੈਜ਼ੈਂਸ ਰਿਐਕਸ਼ਨ ਕਰਨੀ, ਪਹਿਲਾਂ ਸਾਲਟ ਬਣ ਜਾਏਗਾ, ਫਿਰ ਉਹਦੀ ਐਲਕਲਾਈਡੇਸ਼ਨ, ਫਿਰ ਉਹਦੇ ਵਿੱਚ ਐਡੀਸ਼ਨ ਕਰਨੀ ਹੈ ਐਲਕਲੀ ਦੀ, ਠੀਕ ਹੈ। ਔਰ ਇਨ ਦ ਪ੍ਰੈਜ਼ੈਂਸ ਆਫ ਸਟੀਮ ਡਿਸਟੀਲੇਸ਼ਨ ਆਪਣੇ ਕੋਲ ਕਿਆ ਆ ਜਾਏਗਾ, ਪੈਰਾ ਟੋਲੀਡੀਨ, ਸੌਰੀ। ਉਸ ਤੋਂ ਸੈਕੰਡ ਮੈਥਡ ਰਿਡਕਸ਼ਨ ਆਫ ਨਾਈਟ੍ਰਾਈਲਸ। ਪਹਿਲੇ ਨਾਈਟ੍ਰਾਈਲ ਦਾ ਫਾਰਮੂਲਾ ਕੀ ਹੁੰਦਾ, ਕਾਰਬਨ ਟ੍ਰਿਪਲ ਬੌਂਡ ਨਾਈਟ੍ਰੋਜਨ, ਦੈਟਸ ਅ ਫਾਰਮੂਲਾ ਆਫ ਨਾਈਟ੍ਰਾਈਲ। ਸੋ ਆਪਣੇ ਕੋਲ ਕੋਈ ਵੀ ਨਾਈਟ੍ਰਾਈਲ ਆ ਉਹਦੇ ਵਿੱਚ ਉਹਦੀ ਹਾਈਡਰੋਜਨ, ਉਹਦੇ ਵਿੱਚ ਕੀ ਕਰਨਾ ਤੁਸੀਂ, ਉਹਦੀ ਰਿਡਕਸ਼ਨ ਕਰਨੀ। ਰਿਡਕਸ਼ਨ ਦਾ ਮਤਲਬ ਐਡੀਸ਼ਨ ਆਫ ਹਾਈਡਰੋਜਨ, ਰਿਮੂਵਲ ਆਫ ਆਕਸੀਜਨ, ਦੋਨਾਂ ਚੋਂ ਇੱਥੇ ਆਕਸੀਜਨ ਤਾਂ ਹੈ ਨਹੀਂ, ਰਿਮੂਵਲ ਕਰਨੀ ਹੈ। ਸੋ ਆਪਣੇ ਕੋਲ ਕਿਆ ਐਡੀਸ਼ਨ ਆਫ ਹਾਈਡਰੋਜਨ ਹੋਏਗੀ ਇਨ ਦ ਪ੍ਰੈਜ਼ੈਂਸ ਆਫ ਨਿਕਲ ਔਰ ਹੀਟ ਦੀ ਪ੍ਰੈਜ਼ੈਂਸ ਦੇ ਵਿੱਚ ਆਪਣੇ ਕੋਲ ਬਣ ਜਾਏਗਾ ਪ੍ਰਾਇਮਰੀ ਐਮੀਨ। ਫॉर एग्जांपल ਬੁਟਰੋ ਨਾਈਟ੍ਰਾਈਲ ਦੇ ਵਿੱਚ ਤੁਸੀਂ ਜਦੋਂ 4 ਮੋਲੀਕੂਲ ਆਫ ਹਾਈਡਰੋਜਨ ਐਡ ਕਰੋਗੇ ਇਨ ਦ ਪ੍ਰੈਜ਼ੈਂਸ ਆਫ ਨਿਕਲ ਐਟ 443 ਕੈਲਵਿਨ ਟੈਂਪਰੇਚਰ, ਆਪਣੇ ਕੋਲ ਫਾਰਮੇਸ਼ਨ ਹੋ ਜਾਏਗੀ ਐਨ ਬਿਟਾਈਲ ਅਮੀਨ ਦੀ। ਕਹਿੰਦੇ ਨਾਈਟ੍ਰਾਈਲਸ ਜਿਹੜੇ ਉਹ ਆਪਣੇ ਆਪ ਵੀ themselves can directly got from the alkyl or halide by the reaction of sodium or potassium cyanide। अगर तुसी नाइट्राइल बनाना तो ये करना अल्काइल और अल्काइल हैलाइड, और अल्काइल हैलाइड किहड़े हुंदे जित अल्काइल ग्रुप ही होवे अराइल ग्रुप, दोनों ग्रुप होण। सो कहंदे अगर तुसी नाइट्राइल बनाना है तो तुसी अल्काइल या अल्काइल ग्रुप हैलाइड्स नू सोडियम या फिर पोटाशियम साइनाइड ਨਾਲ ਰਿਐਕਟ ਕਰੋ, ਤੁਹਾਡੇ ਕੋਲ क्या आ जाएगा, ठीक है। ਆਪਣੇ ਕੋਲ RCN ਆਪਣੇ ਕੋਲ ਨਾਈਟ੍ਰਾਈਲ ਆ ਜਾਏਗਾ, ਫਿਰ ਨਾਈਟ੍ਰਾਈਲ ਨੂੰ ਤੁਸੀਂ ਉਹਦੀ ਰਿਡਕਸ਼ਨ ਕਰ ਦਿਓ, ਤੁਹਾਡੇ ਕੋਲ ਫਾਰਮੇਸ਼ਨ ਹੋ ਜਾਏਗੀ ਕਿਹਦੀ, ਅਮੀਨੋ ਗਰੁੱਪ ਦੀ, ਅਮਾਈਨ ਗਰੁੱਪ ਜਿਹੜਾ ਆਪਾਂ ਪੜ੍ਹ ਰਹੇ ਹਾਂ, ਅਮਾਈਨਸ ਆ ਜਾਏਗਾ। ਰਿਡਕਸ਼ਨ ਆਫ ਐਗਜ਼ਾਈਮ ਐਂਡ ਅਮਾਈਡਸ, ਠੀਕ ਹੈ, ਤੁਸੀਂ ਕੋਈ ਵੀ ਐਗਜ਼ਾਈਮ ਲੈ ਲੈਣਾ, ਠੀਕ ਹੈ। ਰਿਡਕਸ਼ਨ ਆਫ ਐਗਜ਼ਾਈਮ obtained from the aldehyde or ketone by the reduction of hydroxylamine। क्या करना ਤੁਸੀਂ ਐਲਡੀਹਾਈਡ ਜਾਂ ਕੀਟੋਨ ਲੈਣਾ, ਉਹਦੀ ਹਾਈਡਰੋਕਸੀਅਮੀਨ ਦੇ ਨਾਲ ਰਿਐਕਸ਼ਨ ਕਰਾਉਣੀ, ਆਪਣੇ ਕੋਲ ਫਾਰਮੇਸ਼ਨ ਹੋ ਜਾਏਗੀ ਐਗਜ਼ਾਈਮਸ ਦੀ। ਐਗਜ਼ਾਈਮ ਹੈਵਿੰਗ ਫਾਰਮੂਲਾ CH ਡਬਲ ਬੌਂਡ NOH, ਠੀਕ ਹੈ। ਹਾਈਡਰੋਕਸਿਲਾਮੀਨ ਤੋਂ ਬਣੇਗਾ ਇਹ, ਜਦੋਂ ਤੁਸੀਂ ਐਲਡੀਹਾਈਡ ਜਾਂ ਕੀਟੋਨ ਦੀ ਹਾਈਡਰੋਕਸਿਲਾਮੀਨ ਨਾਲ ਰਿਐਕਸ਼ਨ ਦੋਗੇ। ਸੋ ਆਪਣੇ ਕੋਲ ਆਪਾਂ ਨੇ ਐਲਡੋਗਜ਼ਾਈਮ ਲੈ ਲਿਆ, ਉਹਦੀ ਆਪਾਂ ਨੇ ਰਿਡਕਸ਼ਨ ਕਰਨੀ, ਰਿਡਕਸ਼ਨ ਦਾ ਮਤਲਬ ਫਿਰ ਉਹ ਐਡੀਸ਼ਨ ਆਫ ਹਾਈਡਰੋਜਨ, ਰਿਮੂਵਲ ਆਫ ਆਕਸੀਜਨ ਰਿਮੂਵਲ ਨਹੀਂ, ਤਾਂ ਆਪਾਂ ਨੇ ਹਾਈਡਰੋਜਨ ਦੀ ਐਡੀਸ਼ਨ ਕੀਤੀ, ਠੀਕ ਹੈ। ਤਾਂ ਆਪਣੇ ਇਨ ਦ ਪ੍ਰੈਜ਼ੈਂਸ ਆਫ ਸੋਡੀਅਮ ਔਰ ਇਥੇਨੋਲ, ਤਾਂ ਆਪਣੇ ਕੋਲ ਆ ਗਿਆ ਪ੍ਰਾਇਮਰੀ ਅਮੀਨ। ਇਸ ਤਰ੍ਹਾਂ ਅਗਰ ਤੁਸੀਂ ਕੀਟੋਨ ਲੈ ਕੇ ਕਰਦੇ ਹੋ, ਕੀਟੋਨ ਦੀ ਹਾਈਡਰੋਕਸਿਲਾਮੀਨ ਨਾਲ ਰਿਐਕਟ ਕਰਦੇ ਹੋ ਤਾਂ ਕੀਟੋਗਜ਼ਾਈਮ ਬਣਦਾ, ठीक है। अगर एल्डिहाइड ना करते एल्डोगजाइम, अगर कीटोन ना करते कीटोएग्जाइम बनता है, ठीक है। जो तुम रिडक्शन कर देंगे प्लस सोडियम और इथेनॉल, तो अपने को आ गया प्राइमरी अमीन और वाटर मॉलिक्यूल, ठीक है। उस अंदर गैब्रियल थैलामाइड रिएक्शन, ठीक है, ये इंपॉर्टेंट रिएक्शन है, ध्यान रखो। अपन थैलामाइड ले लिया, ठीक है, इनू पिथैलामाइड नहीं बोलना, इनू थैलामाइड बोलना है, ये पी साइलेंट है, ठीक है, PH। सो थैलामाइड ले लिया अपन ने, उदी पोटाशियम हाइड्रोक्साइड ने रिएक्शन देनी है, वाटर मॉलिक्यूल रिमूव होएगा, अपने को फॉर्मेशन होगी पोटाशियम थैलामाइड दी, ठीक है। पहला अपने को थैलामाइड सीगा, पोटाशियम हाइड्रोक्साइड ने रिएक्शन दी तो अपने को फॉर्मेशन होगी पोटाशियम थैलामाइड की। क्या होएगा, इत्थे तो OH और इत्थे तो हाइड्रोजन जाएगा, के किहदे नाल आ जाएगा, नाइट्रोजन नाल, ठीक है। ਹੁਣ ਉਸ ਤੋਂ ਬਾਅਦ ਕੀ ਕਰਨਾ, ਫਿਰ ਆਪਾਂ ਨੇ ਅਲਕਾਈਲ ਹਾਈਡ, ਸੈਕਿੰਡ ਸਟੈਪ ਦੇ ਵਿੱਚ ਇਹ ਹੋਗਾ ਫਸਟ ਸਟੈਪ। ਸੈਕਿੰਡ ਸਟੈਪ ਦੇ ਵਿੱਚ ਆਪਾਂ ਨੇ ਕੀ ਕਰਨਾ, ਅਲਕਾਈਲ ਹਾਈਡ ਨਾਲ ਰਿਐਕਸ਼ਨ, ਅਲਕਾਈਲ ਹਾਈਡ ਜਿਹੜਾ ਅਲਕਾਈਲ ਗਰੁੱਪ ਆ ਉਹਨੇ ਨਾਈਟ੍ਰੋਜਨ ਦੇ ਨਾਲ ਲੱਗ ਜਾਣਾ, ਠੀਕ ਹੈ। ਇੱਥੇ ਆਏਗਾ R ਪੋਜ਼ਿਟਿਵ X ਨੈਗੇਟਿਵ, ਠੀਕ ਹੈ। ਹੁਣ K ਪੋਜ਼ਿਟਿਵ ਹੈ ਤਾਂ ਪੋਟਾਸ਼ੀਅਮ ਨੇ ਕਿੰਨਾ ਜਾਣਾ, ਰਿਮੂਵ ਹੋਣਾ X ਨਾਲ, ਤਾਂ ਪੋਟਾਸ਼ੀਅਮ ਹਾਈਡ ਰਿਮੂਵ ਹੋ ਜਾਏਗਾ, ਔਰ ਇੱਥੇ R ਪੋਜ਼ਿਟਿਵ ਉਹ ਕਿੰਨਾ ਜਾ ਕੇ ਲੱਗ ਗਿਆ N ਨੈਗੇਟਿਵ ਦੇ ਨਾਲ, ਆਪਣੇ ਕੋਲ N ਅਲਕਾਈਲ ਥੈਲਾਮਾਈਡ ਬਣ ਗਿਆ। ਫਿਰ ਉਹਦੀ ਰਿਐਕਸ਼ਨ ਦੇਣੀ ਆ वाटर मॉलिक्यूल देना, 2 molecules of water H2O, ठीक है। इन द प्रेजेंस ऑफ एसिड और एल्कली, ठीक है, अपने को आ जाएगा थैलिक एसिड और क्या रिमूव होएगा, प्राइमरी अमीन। फॉर एग्जांपल वी हैव एनिथाइल थैलामाइड, तो तुसी उदों, ठीक है, अपने को इत्थे तक तो आ जाएगा, पहला थैलामाइड तो अपन इत्थे तक बना लिया, एन अल्काइल थैलामाइड तक, ठीक है। वही अपन फॉर्म से एनिथाइल थैलामाइड ले लिया, उदी एसिड या बेस की प्रेजेंस रिएक्शन देनी, अपने को बन जाएगा थैलिक एसिड और इथाइलामीन क्या हो जाएगा अपना, रिमूव हो जाएगा। इट कैन आल्सो बी पॉसिबल टू गेट अ प्राइमरी अमीन फॉर एन अल्काइल थैलामाइड बाय देयर हाइड्राजोनलेशन क्लीवेज ऑफ हाइड्राजीन, ठीक है। वो कहते हैं जो प्राइमरी अमीन आ जो वाला अमीन अपन मिल रहा प्राइमरी अमीन, इनू आप एक होर तरीके नाल भी फॉर्म कर सकते हैं, किवें कि तुसी एन अल्काइल थैलामाइड ਨੂੰ ਜਦੋਂ ਉਹਦੀ क्या करनी है, हाइड्राजोनोलिसिस करवा दो। हाइड्राजोनोलिसिस का मतलब क्लीवेज ऑफ हाइड्राजीन, हाइड्राजीन की क्लीवेज होनी है। सो अपन एन थैलामाइड लेता,
ਉਹਦੀ ਹਾਈਡਰਾਜਨ ਦੇ ਨਾਲ ਰਿਐਕਸ਼ਨ ਕਰਵਾਈ, ਠੀਕ ਹੈ। तो हाइड्राजीन ਦੇ ਨਾਲ ਜਦੋਂ ਰਿਐਕਸ਼ਨ ਕਰਵਾਈ ਆਪਣੇ ਕੋਲ ਫਾਰਮੇਸ਼ਨ ਹੋ ਗਈ ਥਾਈਲਾਮੀਨ ਦੀ ਔਰ ਥਾਈਲ ਹਾਈਡਰਾਜ਼ੀਨ ਬਣ ਗਿਆ, ਹਾਈਡਰਾਜ਼ਾਈਡ ਬਣ ਗਿਆ। ਉਸ ਤੋਂ ਬਾਅਦ ਆਉਂਦਾ ਹੌਫਮੈਨ ਬ੍ਰੋਮੇਸ਼ਨ ਰਿਐਕਸ਼ਨ ਵੈਨ ਟ੍ਰੀਟਡ ਵਿਦ ਦ ਬ੍ਰੋਮੀਨ ਔਰ ਕਲੋਰੀਨ ਇਨ ਦ ਐਲਕਲਾਈਨ ਸੋਲਿਊਸ਼ਨ ਅਮਾਈਡ ਗਰੁੱਪ ਆਫ ਫਾਰਮ ਐਨ ਅਮੀਨ containing one carbon atom less than the starting amine। ਜਦੋਂ ਤੁਸੀਂ ਹੌਫਮੈਨ ਜਦੋਂ ਆਪਾਂ ਹੌਫਮੈਨ ਬ੍ਰੋਮਾਈਡ ਰਿਐਕਸ਼ਨ ਕਰਦੇ ਹਾਂ ਤਾਂ ਆਪਾਂ ਨੇ ਕਿਆ ਕਰਨਾ, ਅਮਾਈਡ ਲੈਣਾ, ਅਮਾਈਡ ਦੀ ਬ੍ਰੋਮੀਨੇਸ਼ਨ ਕਰਵਾਉਣੀ ਇਨ ਦ ਪ੍ਰੈਜ਼ੈਂਸ ਆਫ ਸਮ ਬੇਸਿਕ ਮੀਡੀਅਮ, ਠੀਕ ਹੈ, KOH ਜਾਂ ਠੀਕ ਹੈ ਐਲਕਲੀ ਮੀਡੀਅਮ ਕੁਛ ਐਲਕਲਾਈਨ ਸੋਲਿਊਸ਼ਨ ਦੇ ਵਿੱਚ, ਠੀਕ ਹੈ। ਐਲਕਲਾਈਨ ਦਾ ਮਤਲਬ ਬੇਸਿਕ ਸੇਮ ਹੈ। ਸੋ ਤੁਸੀਂ ਅਮਾਈਡ ਨੂੰ ਜਦੋਂ ਬ੍ਰੋਮੀਨੇਸ਼ਨ ਕਰਦੇ ਦੀ ਐਲਕਲਾਈਨ ਸੋਲਿਊਸ਼ਨ ਨਾਲ ਰਿਐਕਸ਼ਨ ਕਰਾਣੀ ਹੈ ਤਾਂ ਜਿੰਨਾ ਤੁਹਾਡੇ ਕੋਲ ਅਮਾਈਨ ਸੀਗਾ ਉਹ ਤੋਂ ਇੱਕ ਕਾਰਬਨ ਲੈਸ ਵਾਲਾ ਤੁਹਾਡੇ ਕੋਲ ਅਮੀਨ ਬਣੇਗਾ। ਜਿਵੇਂ ਇੱਥੇ 1 ਇੱਥੇ ਵੀ ਕੋਈ ਕਾਰਬਨ ਸੀਗਾ ਔਰ ਇੱਥੇ ਕਾਰਬਨ 2, ਇੱਥੇ ਕਿੰਨਾ ਰਹੇਗਾ, ਸਿਰਫ ਇੱਕ ਕਾਰਬਨ ਰਹੇਗਾ। ਜਿੰਨਾ ਤੁਸੀਂ ਰਿਐਕਟਰ ਲਓਗੇ ਉਹ ਜਿੰਨੇ ਰਿਐਕਟਰ 'ਚ ਕਾਰਬਨ ਲਓਗੇ ਉਹ ਤੋਂ ਇੱਕ ਲੈਸ ਵਾਲਾ ਅਮੀਨ ਬਣਨਾ। पोटाशियम कार्बोनेट रिमूव हो जाएगा, पोटाशियम ब्रोमाइड रिमूव हो जाएगा, वाटर मॉलिक्यूल भी क्या होगा रिमूव। फॉर एग्जांपल वी हैव अ बेंजामाइड, अगर तुम ब्रोमिनेशन करोगे बेंजामाइड के नाल देखो बेंजामाइड ने एक होर कार्बन लग्या सीगा, इत्थे क्या रहेगा सिर्फ एक बेंजीन रिंग रहेगी, एनालिन बन गया, ठीक है। पोटाशियम कार्बोनेट पोटाशियम ब्रोमाइड तो वाटर मॉलिक्यूल रिमूव हो गई। ਉਹਦਾ ਮੈਕੈਨਿਜ਼ਮ ਦੇਖੋ क्या होगा, पहले ਤੁਸੀਂ क्या करना है ब्रोमीन ਦੀ ਰਿਐਕਸ਼ਨ ਕਰਵਾਉਣੀ ਹੈ ਐਲਕਲੀ ਸੋਲੂਸ਼ਨ ਦੇ ਨਾਲ पोटाशियम हाइड्रोक्साइड ਦੇ ਨਾਲ। ਆਪਣੇ ਕੋ KOBr ਬਣ ਜਾਏਗਾ, KBr पोटाशियम परब्रोमाइड बन जाएगा, ठीक है। पोटाशियम ब्रोमाइड रिमूव हो जाएगा, वाटर मॉलिक्यूल रिमूव हो जाएगा। उस तो बाद क्या करना है, सैकेंड स्टैप के विच जिहड़ा अपने कोल पोटाशियम परब्रोमाइड आया उहदा OBr नैगेटिव पार्ट लेना है, उहनूं रिएक्ट करवाना आपां किहदे नाल, किसी भी अमाइड के नाल, बेंजामाइड हो सकता है, ठीक है, एल्कामाइड कोई भी हो सकता, मिथाइलामाइड हो सकता, कोई भी हो सकता है। सो ਆਪਾਂ ਨੇ ਉਹਨੂੰ ਰਿਐਕਟ ਕਰਵਾਇਆ, ਆਪਣੇ ਕੋਲ ਜਿੱਥੇ ਹਾਈਡਰੋਜਨ ਸੀਗਾ, ਹਾਈਡਰੋਜਨ ਆਕਸੀਜਨ ਦੇ ਨਾਲ ਮਿਲ ਕੇ OH ਦੇ ਰੂਪ 'ਚ ਬਾਹਰ ਆਏਗਾ, ਜਿੱਥੇ ਹਾਈਡਰੋਜਨ ਉੱਥੇ ਬ੍ਰੋਮੀਨ ਗਰੁੱਪ ਲੱਗ ਗਿਆ। ਸੈਕਿੰਡ ਸਟੈਪ ਦੇ ਵਿੱਚ ਆਪਾਂ ਨੇ ਕਿਆ ਕਰਨਾ ਹੈ ਕਿ ਹੁਣ ਜਿੱਥੇ ਬ੍ਰੋਮੀਨ ਗਰੁੱਪ ਸੀਗਾ ਜਿਹੜਾ OH ਨੈਗੇਟਿਵ ਰਿਮੂਵ ਹੋਇਆ, ਉਹਨੇ ਕਿਆ ਕਰਨਾ ਹਾਈਡਰੋਜਨ ਨੂੰ ਅਬਸਟ੍ਰੈਕਟ ਕਰਨਾ, क्योंकि अपने वाटर मॉलिक्यूल रिमूव किया, उन्हें हाइड्रोजन को सब्सट्रैक्ट करना, हाइड्रोजन लेके वाटर मॉलिक्यूल के रूप से बाहर आना। इतने पहले नैगेटिव चार्ज है तो हाइड्रोजन अपने इलेक्ट्रॉन नाइट्रोजन दे के जाएगा, नाइट्रोजन को पहला एक लोन पे नाइट्रोजन केड़ा चार्ज आ गया, नैगेटिव चार्ज आ गया। सो जो नैगेटिव चार्ज आया हाइड्रोजन ने उन्हें अपने उन्होंने कंपनसेट कर ली, उन्हें क्या करना है ब्रोमीन को क्या करना रिमूव, भी है नैगेटिव की फॉर्म 'ਚ रिमूव करता, ये स्टेबल हो गया। हुण जिहड़ी ये चीज़ आई इन्हें क्या फॉर्म कर लेना R ग्रुप ने, इहदे अल्काइल शिफ्ट हो जानी, ठीक है। अल्काइल शिफ्ट इन द सेंस अल्काइल कार्बन तो हट के पर नाइट्रोजन ते नाइट्रोजन के नाल बॉन्ड बनाऊंगा तो नाइट्रोजन अपने लोन पेयर देने पैने, तो अपने लोन पेयर के दिंदा कार्बन नाइट्रोजन बॉन्ड अपने को फॉर्मेशन दे RN डबल बॉन्ड C डबल बॉन्ड O। लास्ट स्टैप क्या आएगा जो अपने को चीज़ बनी RN डबल बॉन्ड C डबल बॉन्ड O, ਉਹਦੀ ਤੁਸੀਂ ਉਹਨੂੰ ਫਿਰ ਤੁਸੀਂ ਕਿਸੇ ਐਲਕਲੀ ਸੋਲੂਸ਼ਨ ਦੇ ਨਾਲ ਰਿਐਕਟ ਕਰਵਾਉਣਾ, ਆਪਣੇ को फॉर्मेशन होगी प्राइमरी अमीन और कोबाल्ट आयन क्या हो जाएंगे अपने रिमूव हो जाएंगे। उस तो बाद देखो रिडक्टिव अमोनल उस तो बाद देखो रिडक्टिव एमिनेशन ऑफ एल्डिहाइड एंड कीटोन। मैनी एल्डिहाइड एंड कीटोन चेंज इनटू द प्राइमरी अमीन और रिएक्शन विद द हाइड्रोजन एंड अमोनिया एट द टेम्परेचर ऑफ अबाउट 723 Kelvin and 150 एटमोसफेयर, ठीक है। वो कहने बहुत सारे एल्डिहाइड के कीटोन है जो प्राइमरी अमीन कन्वर्ट हो जाते, जिन्होंने हाइड्रोजन और अमोनिया ने रिएक्शन करते हो एट द रूम टेम्परेचर अबाउट 373 Kelvin और 150 एटमोसफेयर प्रेशर के ऊपर, ठीक है, इन द प्रेजेंस ऑफ कैटलिस्ट दैट इज निकल। सो इट इज़ नोन एज रिडक्टिव एमिनेशन, ठीक है। सो एल्डिहाइड लेना, एल्डिहाइड अमोनिया रिएक्ट करना, वाटर मॉलिक्यूल रिमूव होएगा, एल्डिमाइन बन जाएगा, फिर उसकी रिडक्शन करनी है, या तुम है क्या कैटलिटिक हाइड्रोजनेशन करनी है, अपने को आ जाएगा प्राइमरी अमीन आ जाएगा। सेकेंड है कीटोन लेना है, उन्होंने तुम वाटर मॉलिक्यूल के नाल रिएक्ट करना है, सॉरी उन्होंने अमोनिया के रिएक्ट करना, वाटर मॉलिक्यूल रिमूव हो जाएगा, कैटामीन बन जाएगा, फिर उसकी कैटलिटिक हाइड्रोजनेशन करनी है, अपने को क्या जिसकी फॉर्मेशन हो जाएगी प्राइमरी अमीन की। मैकेनिज्म देख लो, कहने कोई एल्डिहाइड या कीटोन कुछ भी हो सकता है। नाइट्रोजन अपने नाइट्रोजन जो अपने लोन पेयर किन दूंगा कार्बन अपने लोन पेयर लेके कार्बन के नाल बॉन्ड बनाएगा, कार्बन ऑक्सीजन डबल बॉन्ड
टुट एक बॉन्ड टुट के किहदे कोल चल जाएगा ऑक्सीजन के उपर नैगेटिव चार्ज आ जाएगा ठीक है। नाइट्रोजन अपने इलैक्ट्रॉन दे दूंगा तो नाइट्रोजन किहड़ा चार्ज आएगा पॉजिटिव चार्ज आ जाएगा ठीक है। हुण क्या करना है प्रोटोन शिफ्ट नाइट्रोजन पर पॉजिटिव चार्ज ऑक्सीजन पर नैगेटिव चार्ज आ गया। हुण आनी है प्रोटोन शिफ्ट अपन ने क्या करना है कि अपने को NH3 है ठीक है, इन्हू खोल के लिख लिया मैं ऊपर ओपन करके जो नाइट्रोजन एक हाइड्रोजन किहदे को चल जाएगा OH को चले गया OH ऑक्सीजन का नैगेटिव चार्ज कंपनसेट हो गया H पॉजिटिव आना प्रोटोन शिफ्ट हुई दैट मीन H पॉजिटिव आएगा ठीक है। सो इत्थे अपने को जो पॉजिटिव चार्ज सीगा वो भी खत्म हो गया ठीक है। हुण करना नाइट्रोजन को 2 हाइड्रोजन बचते एक हाइड्रोजन ने अपने इलैक्ट्रॉन कार्बन नाइट्रोजन बॉन्ड देने और जो कार्बन ऑक्सीजन बॉन्ड टुट जाएगा वाटर मॉलिक्यूल रिमूव हो गया एक इत्थे तो हाइड्रोजन गया इत्थे तो OH ग्रुप गया वाटर मॉलिक्यूल अपने को फॉर्मेशन होगी कार्बन ट्रिपल बॉन्ड NH फिर उसकी कैटालिटिक हाइड्रोजनेशन होनी अपने को फिर बन जाएगा प्राइमरी एमीन बन जाएगा। अमोनोलिसिस ऑफ अल्कोहल देख लो कहने तो तुसी अल्कोहल दी अमोनोलिसिस ऑफ अल्कोहल मतलब अल्कोहल दी अमोनिया दे नाल रिएक्शन करनी है वो कहने जो तुसी अल्कोहल नूं अमोनिया नाल रिएक्ट कर देंगे प्रेजेंस ऑफ कॉपर क्रोमेट और एलुमिना कैटलिस्ट एलुमिना का फार्मूला Al2O3 होंगे जो एलुमिना के नाल हीट करते हो तो अपने को प्राइमरी अमीन बनता है ठीक है। अगर तुम अल्कोहल नूं प्राइमरी अमीन के नाल रिएक्ट करोगे तो थोड़े को सैकेंडरी अमीन बनेगा। अगर तुम अल्कोहल नूं सैकेंडरी अमीन के नाल रिएक्ट करोगे तो क्या बनेगा टर्शरी अमीन। उस तो बाद कर्टिस कर्टिस रीअरेंजमेंट ठीक है। उससे क्या असाइल क्लोराइड लेना उन्होंने रिएक्ट कर असाइल क्लोराइड में रिएक्ट करना सोडियम अजाइड के नाल अजाइड का फार्मूला N3 होंगे सो सोडियम NaN3 का मतलब सोडियम अजाइड ने रिएक्ट किया अपने को आ गया असाइल अजाइड और NaCl रिमूव हो गया ठीक है। ये देखो क्या होएगा मैं कह नाइट्रोजन दे कोल लोन पेयर पे ठीक है नाइट्रोजन अपने लोन पेयर किए कार्बन नाइट्रोजन बॉन्ड और जो अल्काइल ग्रुप अल्काइल शिफ्ट होएगा अल्काइल शिफ्ट किधर पर चल जाएगा R ग्रुप N के उपर ठीक है। और जो नाइट्रोजन के विच हुण N3 है अपने को ठीक है। नाइट्रोजन जो सिंगल बॉन्ड सीगा वो टूट जाएगा N2 रिमूव हो जाएगा अपने को फॉर्मेशन होगी RN को चले गया RN कार्बन नाइट्रोजन डबल बॉन्ड हो गया कार्बन डबल बॉन्ड कार्बन ऑक्सीजन डबल बॉन्ड ऑलरेडी हैगा ठीक है। फिर दी हाइड्रोलिसिस करनी अपने को फॉर्मेशन होगी RNH2 प्राइमरी अमीन और कार्बन डाइऑक्साइड क्या हो जाएगा रिमूव हो जाएगा। That's all for today's video. Next video च आपां करांगे separation of primary, secondary, tertiary amines.